ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਬਹੁਤ ਮਿਹਰਬਾਨੀ। ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ। ਜੌਲ ਸਾਹਿਬ, ਆਪਣੇ ਮੁਲਕ ਦੇ ਵਿੱਚ ਜਦੋਂ ਕੈਨੇਡੀਅਨਸ ਕੌਨਫੀਡੈਂਸ ਲੂਜ਼ ਕਰ ਦਿੰਦੇ ਆ ਤੇ ਫਿਰ ਥੋੜਾ ਜਿਹਾ ਨਾ ਰੈੱਡ ਅਲਰਟ ਹੋ ਜਾਂਦਾ। ਭਾਵ ਜਿਹੜੇ ਕੈਨੇਡੀਅਨਸ ਇਸ ਕੰਟਰੀ ਦੇ ਵਿੱਚ ਰਹਿ ਰਹੇ ਨੇ ਉਹ ਥੋੜਾ ਜਿਹਾ ਡਾਵਾਂਡੋਲ ਹੋ ਰਹੇ ਨੇ ਕਿ ਸਾਡੀ ਕੰਟਰੀ ਦੇ ਵਿੱਚ ਹੋ ਕੀ ਰਿਹਾ ਹੈ। ਇਸ ਸਰਵੇ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਜੀ। ਅਰਸ਼, ਇਸ ਤਰ੍ਹਾਂ ਵੀ ਇਹ ਵੀ ਕਾਨਫੀਡੈਂਸ ਲੂਜ਼ ਕਰਨ ਵਾਲੀ, ਜਾਣੀ ਕਿ ਭਰੋਸਾ ਗਵਾਚ ਜਾਣੀ ਵਾਲੀ ਗੱਲ ਵੀ ਜਿੱਥੇ ਜਾਣੀ ਜਨਮ ਹੋਇਆ ਹੋਵੇ, ਪੜ੍ਹਾਈਆਂ ਕੀਤੀਆਂ ਹੋਣ, ਵੱਡੇ ਹੋਈਏ, ਉੱਥੇ ਆਪਣਾ ਜਿਹੜਾ ਭਵਿੱਖ ਆ ਉਹ ਧੁੰਦਲਾ ਵਿਅਕਤੀ ਨੂੰ ਨਜ਼ਰ ਆਵੇ। ਇਹ ਜਾਣੀ ਵੀ ਪੰਜਾਬੀਆਂ ਤੋਂ ਵੱਧ, ਪੰਜਾਬਣਾਂ ਤੋਂ ਵੱਧ ਹੋਰ ਕਿਹਨੂੰ ਪਤਾ ਆ, ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਕੀ ਹਾਲ ਆ। ਹਰ ਕੰਧ ਤੇ ਉੱਥੇ ਲਿਖਿਆ ਵੀ ਬਾਹਰ ਜਾਣ ਵਾਲੇ ਸਾਨੂੰ ਮਿਲੋ, ਤੇ ਜਾਂ ਫਿਰ ਜਾਣੀ ਕਿ ਵੀ ਜਗ੍ਹਾ ਤੇ ਆਪਾਂ ਦੇਖਦੇ ਹਾਂ ਵੀ ਕਿੱਦਾਂ ਆਪਾਂ ਅੱਖੀਂ ਪਲਾਈ ਹੱਥ ਨਹੀਂ ਮਾਰ ਰਹੇ ਵੀ ਉੱਥੋਂ ਨਿਕਲ ਜਾਈਏ ਬੈਟਰ ਫਿਊਚਰ ਦੇ ਲਈ। ਅਮਰੀਕਾ ਪਹੁੰਚ ਜਾਈਏ, ਯੂਰਪ ਪਹੁੰਚ ਕੇ ਵੀ ਤਸੱਲੀ ਨਹੀਂ ਹੁੰਦੀ, ਆਸਟ੍ਰੇਲੀਆ ਨਿਊਜ਼ੀਲੈਂਡ ਵੀ ਇੰਨੀ ਤਸੱਲੀ ਨਹੀਂ ਹੁੰਦੀ ਜਾਨੀ ਅਮਰੀਕਾ ਕੈਨੇਡਾ ਆ ਕੇ ਹੁੰਦੀ ਆ ਜੀ। ਆਮ ਤੌਰ ਤੇ ਅਰਸ਼ ਦੇਖਿਆ ਵੀ ਜਾਨੀ ਯੂਰਪ ਦੇ ਲੋਕ ਪਹੁੰਚ ਜਾਣ, ਭਾਵੇਂ ਕਿ ਸੁੰਦਰ ਸਵਰਗ ਵਰਗੇ ਉਹ ਵੀ ਮੁਲਕ ਹੈਗੇ ਆ, ਪਰ ਜਾਨੀ ਉਹਨਾਂ ਚਿਰ ਨਿਸ਼ਾ ਨਹੀਂ ਹੁੰਦੀ ਜਿੰਨਾ ਚਿਰ ਅਮਰੀਕਾ ਕੈਨੇਡਾ ਦਾ ਜਿਹੜਾ ਟੀਚਾ ਹਾਸਲ ਨਾ ਕਰ ਲਿਆ ਜਾਵੇ। ਸੋ ਕੁੱਲ ਮਿਲਾ ਕੇ ਲੇਕਿਨ ਕਿ ਇਹ ਆ ਜੀ ਵੀ ਇਹ ਜਿੰਨਾ ਕੁ ਹੁਣ ਧਰਤੀ ਤੇ ਸਾਰੀ ਤੇ ਜਾ ਕੇ ਅਸੀਂ ਦੇਖਿਆ ਵੀ ਕੋਈ ਐਸਾ ਦੇਸ਼ ਨਹੀਂ ਮਿਲਿਆ ਜਿੱਥੇ 100% ਲੋਕ ਖੁਸ਼ ਹੋਣ। ਇਹ ਤਾਂ ਚਲੋ ਹੁੰਦਾ ਹੀ ਆ ਵੀ ਕੋਈ ਐਸਾ ਵੀ ਨਹੀਂ ਦੇਸ਼ ਹੁੰਦਾ ਜਿੱਥੇ 100% ਹੀ ਦੁਖੀ ਹੋਣ। ਤੇ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਆ ਵੀ ਵੱਧ ਘੱਟ ਉੱਥੋਂ ਦੇ ਹਾਲਾਤਾਂ ਦੇ ਮੁਤਾਬਕ ਲੋਕਾਂ ਦਾ ਜਿਹੜਾ ਇਹ ਕਾਨਫੀਡੈਂਸ ਆ ਆਪਣੇ ਮੁਲਕ ਦੇ ਵਿੱਚ ਹੁੰਦਾ। ਪਰ ਕੁੱਲ ਮਿਲਾ ਕੇ ਜਿੰਨੇ ਕੁ ਵੀ ਜਾਣੀ ਇਹ ਦਰਜਨਕ ਸਵਰਗ ਵਰਗੇ ਆਪਾਂ ਨੂੰ ਵਧੀਆ ਮੁਲਕ ਲੱਗਦੇ ਜਿੱਥੇ ਆਪਾਂ ਜਾਣਾ ਚਾਹੁੰਦੇ ਪੰਜਾਬ ਤੋਂ ਨਿਕਲ ਕੇ, ਉੱਥੇ ਵੱਡੀ ਗਿਣਤੀ ਲੋਕਾਂ ਦੀ ਅੱਜ ਵੀ ਉਹਨਾਂ ਦੀ ਹੈ ਜਿਹਨਾਂ ਦਾ ਭਰੋਸਾ ਆਪੋ ਆਪਣੇ ਦੇਸ਼ਾਂ ਦੇ ਵਿੱਚ ਕਾਇਮ ਆ ਵੀ ਉਹ ਉੱਥੇ ਰਹਿਣਾ ਚਾਹੂਗੇ। ਇੱਦਾਂ ਨਹੀਂ ਗਾ ਵੀ ਜਾਣੀ ਵੀ ਜੇ ਉਹ ਪਾਸਪੋਰਟ ਨਕਲੀ ਮਿਲ ਜਾਏ ਤਾਂ ਵੀ ਆਪਣੇ ਰਿਸ਼ਤੇਦਾਰਾਂ ਨਾਲ ਵਿਆਹ ਕਰਾ ਕੇ, ਤਾਂ ਵੀ ਕੰਡਿਆਲੀ ਤਾਰ ਟੱਪ ਕੇ, ਤਾਂ ਵੀ ਜਹਾਜ਼ ਦੀਆਂ ਪੈਰਾਂ ਵਾਲੀ ਜਗ੍ਹਾ ਬਹਿ ਕੇ, ਤਾਂ ਵੀ ਇੱਦਾਂ ਦੇ ਨਿਕਲਣ ਦੇ ਰਾਹ ਜਿਹੜੇ ਅਮਰੀਕਾ ਕੈਨੇਡਾ ਦੇ ਲੋਕ ਨਹੀਂ ਲੱਭ ਰਹੇ ਹਾਲ ਦੀ ਘੜੀ। ਪਰ ਲੇਕਿਨ ਕਿ ਵੀ ਜਾਣੀ ਸਾਵਧਾਨ ਰਹਿਣ ਇੱਦਾਂ ਦੀਆਂ, ਇਸ ਕਰਕੇ ਜਿਹੜੀ ਰਿਪੋਰਟ ਦਾ ਤੁਸੀਂ ਜ਼ਿਕਰ ਕਰਦੇ ਹੋ ਵੀ ਉਹ ਆਉਂਦੀਆਂ ਰਹਿੰਦੀਆਂ ਤਾਂ ਕਿ ਵੀ ਹਾਲਾਤ ਜਿਹੜੇ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਨਾ ਹੋਵੇ। ਕਿਉਂਕਿ ਇੱਕ ਪਾਸੇ ਜਿੱਥੇ ਬੜੀ ਖੁਸ਼ ਆ ਕੈਨੇਡੀਅਨ ਗਵਰਨਮੈਂਟ ਵੀ ਅਸੀਂ ਪਿਛਲੇ 3 ਮਹੀਨਿਆਂ ਦੇ ਵਿੱਚ ਹੀ ਅਰਸ਼, ਪਿਛਲੇ 99 ਦਿਨਾਂ ਦੇ ਵਿੱਚ ਜਾਣੀ 1 ਲੱਖ ਤੋਂ ਵੱਧ ਲੋਕਾਂ ਨੂੰ ਵੈਲਕਮ ਕਰ ਲਿਆ ਵੀ ਉਹਨਾਂ ਨੂੰ ਕੈਨੇਡਾ ਦੇ ਵਿੱਚ ਪੱਕੇ ਕਰ ਲਿਆ। ਪਰ ਜਿਹੜੇ ਕੈਨੇਡਾ ਦੇ ਵਿੱਚ ਆਲਰੇਡੀ ਪੱਕੇ ਆ ਲੋਕ, ਨਿਊ ਕੈਨੇਡੀਅਨ ਦਾ ਸਪੈਸ਼ਲੀ ਇਮੀਗ੍ਰੈਂਟ ਹੋ ਰਹੇ ਆ ਵੀ ਉਹਨਾਂ ਦਾ ਹਾਲ ਕੀ ਆ ਇਹ ਪਤਾ ਲੱਗਦਾ, ਜਿਹਦੇ ਵਿੱਚ ਇਹ ਪਤਾ ਲੱਗਦਾ ਵੀ ਮੋਰ ਐਂਡ ਮੋਰ ਜਾਣੀ ਕਿ ਜਿਹੜੇ ਨਿਊ ਕੈਨੇਡੀਅਨ ਦਾ ਸਪੈਸ਼ਲੀ ਉਹ ਅਨਹੈਪੀ ਆ, ਉਹ ਨਹੀਂ ਸੈਟਿਸਫਾਈਡ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦੇ ਉਹਨਾਂ ਨੂੰ ਹਾਲਾਤ ਜਾਂ ਜ਼ਿੰਦਗੀ ਪ੍ਰਾਪਤ ਹੋ ਰਹੀ ਆ। ਕਾਫੀ ਗਿਣਤੀ ਉਹਨਾਂ ਦੀ ਜ਼ਿਕਰਯੋਗ ਆ। ਖਾਸ ਤੌਰ ਤੇ ਜਾਣੀ ਕਿ ਜਿਹੜੇ ਯੰਗ ਕੈਨੇਡੀਅਨਜ਼, ਨਿਊ ਕੈਨੇਡੀਅਨਜ਼ ਹੈਗੇ ਆ 18 ਤੋਂ 34 ਸਾਲ ਦੇ, ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਇਹ ਨੌਨ ਕੌਨਫੀਡੈਂਸ ਅਬਾਊਟ ਕੈਨੇਡਾ ਜਾਣੀ ਵੱਧ ਰਿਹਾ ਆ ਵੀ 30% ਉਹਨਾਂ ਦਾ ਨੰਬਰ ਹੋ ਸਕਦਾ। ਨੌਜਵਾਨਾਂ ਦੇ ਵਿੱਚ ਤਤਪਰਤਾ ਹੁੰਦੀ ਆ ਵੈਸੇ ਵੀ ਕੋਈ ਹੋਰ ਜਿਹੜੀਆਂ ਨਵੀਆਂ ਥਾਵਾਂ ਨੂੰ ਡਿਸਕਵਰ ਕਰਨਾ ਜੀ। ਪਰ ਕੁੱਲ ਮਿਲਾ ਕੇ ਜਿਹੜੇ ਨਵੇਂ ਵੀ ਗ੍ਰੈਜੂਏਟਸ ਹੈਗੇ ਆ ਜਾਣੀ ਯੂਨੀਵਰਸਿਟੀਜ਼ ਦੇ ਵਿੱਚੋਂ ਵੀ ਆਉਂਦੇ ਆ, ਉਹਨਾਂ ਦੇ ਵਿੱਚ ਵੀ ਚੌਥਾ ਕੁ ਹਿੱਸਾ 23% ਇਹੋ ਜਿਹੇ ਆ ਵੀ ਜੇ ਉਹਨਾਂ ਨੂੰ ਮੌਕਾ ਮਿਲੇ ਤੇ ਉਹ ਪ੍ਰੈਫਰ ਕਰੂਗੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਰਹਿਣਾ। ਹਨਾ ਵੀ ਆਪਾਂ ਦੇਖਦੇ ਹਾਂ ਦੂਰ ਦੇ ਢੋਲ ਜਿਹੜੇ ਉਹ ਸੁਹਾਵਣੇ ਹੁੰਦੇ ਹੀ ਆ ਵੀ ਜਦੋਂ ਉਹਨਾਂ ਨੂੰ ਪੁੱਛਿਆ ਜਾਵੇ ਵੀ ਹਾਂਜੀ ਕਿੱਥੇ ਜਾ ਕੇ ਫਿਰ ਰਹਿਣਾ, ਵੀ ਆਮ ਤੌਰ ਤੇ ਅਮਰੀਕਾ ਕਹਿ ਦਿੱਤਾ ਜਾਂਦਾ ਹਨਾ, ਜਾਂ ਹੋਰ ਕੋਈ ਦੇਸ਼ ਕਹਿ ਦਿੱਤਾ ਜਾਂਦਾ ਜਿੱਥੇ ਉਹਨਾਂ ਨੂੰ ਲੱਗੇ। ਤੇ ਕੁੱਲ ਮਿਲਾ ਕੇ ਦੂਰ ਦਾ ਢੋਲ ਸੁਹਾਵਣਾ ਹੁੰਦਾ। ਇੱਥੇ ਆ ਕੇ ਚਲੋ ਕੈਨੇਡਾ 'ਚ ਆਪਾਂ ਨੁਕਸ ਕੱਢਦੇ ਹੀ ਹਾਂ, ਪਰ ਜਦੋਂ ਆਪਾਂ ਉੱਥੋਂ ਤੁਰਦੇ ਹਾਂ ਅਰਦਾਸਾਂ ਕਰੀ ਜਾਂਦੇ ਹਾਂ ਕਿਸੇ ਨੂੰ ਦੱਸਦੇ ਵੀ ਨਹੀਂ ਤੇ ਜਾਣਾ ਕਿਤੇ ਕੰਮ ਹੀ ਨਾ ਖਰਾਬ ਹੋ ਜਾਏ, ਉਦੋਂ ਥੋੜ੍ਹਾ ਕੈਨੇਡਾ ਦਾ ਕੋਈ ਨੁਕਸ ਵੀ ਯਾਦ ਆਉਂਦਾ ਹਨਾ। ਨੁਕਸ ਤਾਂ ਜਾਣੀ ਕਿ ਵੀ ਇੱਥੇ ਆ ਕੇ ਆਪਣੀ ਵਡਿਆਈ ਸ਼ੁਰੂ ਕਰ ਦੇਣੀ ਹੈ ਟੈਚੀ ਰੱਖ ਕੇ, ਤੇ ਕੈਨੇਡਾ ਦੇ ਵਿੱਚ ਫਿਰ ਨੁਕਸ ਲੱਭਣੇ ਸ਼ੁਰੂ ਹੋ ਜਾਣੇ। ਇੱਥੇ ਪਹਿਲਾਂ ਰਹਿੰਦੇ ਲੋਕ ਵੀ ਚੰਗੇ ਤੇ ਲੇਕਿਨ ਕਿ ਵੀ ਇਹ ਆ ਵੀ ਇਹ ਦੂਰੋਂ ਸਭ ਕੁਝ ਚੰਗਾ ਲੱਗਦਾ ਹੁੰਦਾ, ਪਰ ਇੱਥੇ ਪਹੁੰਚ ਕੇ ਜਦੋਂ ਜਿਹੜੀਆਂ ਤਲਖ ਸੱਚਾਈਆਂ ਦੇ ਨਾਲ ਜਦੋਂ ਵਾਹ ਪੈਣਾ ਹੁੰਦਾ ਨੈਚੁਰਲੀ ਵੀ ਉਹ ਕਈ ਵਾਰੀ ਨਹੀਂ ਕਿਆਸੀਆਂ ਹੁੰਦੀਆਂ। ਉਹ ਜਦੋਂ ਕਿ ਲੋਕ ਇੱਥੇ ਵਿਜ਼ਿਟਰ ਥੋੜ੍ਹੇ ਸਮੇਂ ਲਈ ਆਉਣ, ਉਹਨਾਂ ਨੂੰ ਵੀ ਜਾਣੀ ਉੱਪਰੋਂ ਸਭ ਕੁਝ ਬਹੁਤ ਚੰਗਾ ਲੱਗਦਾ। ਅਸੀਂ ਐਂਟਾਵਰ ਚੱਲ ਗਏ ਜੀ, ਨਿਆਗਰਾ ਫਾਲ ਚੱਲ ਗਏ ਜੀ, ਜਾਣੀ ਕਿ ਤਲਖ ਸੱਚਾਈਆਂ ਦੇ ਨਾਲ ਵਾਹ ਉਹਨਾਂ ਦਾ ਪੈਂਦਾ। ਜਦੋਂ ਇੱਥੇ ਜਾਣੀ ਕਿ ਰਹਿ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਸਟਰਗਲ ਦੇ ਵਿੱਚ ਸ਼ਾਮਲ ਹੋਣਾ ਪਵੇ,
ਕੁੱਲ ਮਿਲਾ ਕੇ ਜਿਹੜੇ ਨਵੇਂ ਆ ਰਹੇ ਲੋਕ ਆ ਅਰਸ਼, ਇਸੇ ਸਰਵੇ ਦੇ ਮੁਤਾਬਕ ਇਹ ਆ ਵੀ ਉਹਨਾਂ ਦੇ ਵਿੱਚੋਂ ਜਾਣੀ 3/3 ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ 70-72% ਜਿਹੜੇ ਨਿਊ ਕੈਨੇਡੀਅਨਸ ਜਾਣੀ ਇਹ ਸੋਚਦੇ ਆ ਕਿ ਜਿਹੜੀ ਕੈਨੇਡਾ ਦੀ ਲੋਕਲ ਪਾਪੂਲੇਸ਼ਨ ਆ, ਇੱਥੇ ਦੇ ਰਹਿੰਦੇ ਲੋਕ ਮੇਨ ਸਟ੍ਰੀਮ ਕਹਿ ਲਓ, ਵੀ ਉਹ ਸਾਡੀਆਂ ਦੁੱਖ ਤਕਲੀਫਾਂ ਨੂੰ ਸਮਝ ਨਹੀਂ ਪਾ ਰਹੇ ਵੀ ਕਿਹੜਾ ਤਕਲੀਫਾਂ ਦੇ ਵਿੱਚੋਂ ਗੁਜ਼ਰ ਕੇ ਸਾਨੂੰ ਇਸ ਮੁਲਕ ਦੇ ਵਿੱਚ ਇੱਥੇ ਐਸਟੈਬਲਿਸ਼ ਹੋਣ ਲਈ ਸਟਰਗਲ ਕਰਨੀ ਪੈਂਦੀ ਆ ਜੀ। ਇਹਦੇ ਨਾਲ ਹੀ ਵੀ ਜਿਹੜੀਆਂ ਜਾਣੀ ਵਿਜ਼ੀਬਲ ਮਾਈਨੋਰਿਟੀਜ਼ ਹੈਗੀਆਂ, ਇਹਦੇ 'ਚ ਕਿਹਾ ਜਾ ਸਕਦਾ ਵੀ ਜਿਹਨਾਂ ਦੀ ਜਾਣੀ ਚਮੜੀ ਦਾ ਰੰਗ ਗੋਰਾ ਨਹੀਂ ਆ, ਕਿ ਉਹਨਾਂ ਦੇ ਵਿੱਚ ਗੁਰਬਤ ਬੜੀ ਤੇਜ਼ੀ ਦੇ ਨਾਲ ਗਰੀਬੀ ਵੱਧ ਰਹੀ ਆ, ਜਾਣੀ ਆਰਥਿਕ ਤੌਰ ਤੇ ਪਛੜ ਰਹੇ ਆ ਵੱਡੀ ਤਾਦਾਦ ਦੇ ਵਿੱਚ ਲੋਕ, ਜਿਹਦੇ ਵਿੱਚ ਕਿ ਜਿਹੜੀ ਚਾਈਨੀਜ਼ ਕਮਿਊਨਿਟੀ ਦੱਸਿਆ ਜਾ ਰਿਹਾ ਜੀ ਵੀ ਉਹ ਮੋਹਰੀ ਆ ਅਰਸ਼, 9.5% ਤੱਕ ਜਿਹੜੀ ਚਾਈਨੀਜ਼ ਕਮਿਊਨਿਟੀ ਦੇ ਵਿੱਚੋਂ ਜਾਣੀ ਉਹ ਪਾਵਰਟੀ ਦਾ ਸ਼ਿਕਾਰ ਹੋ ਰਹੇ ਆ ਜੀ। ਤੇ ਫਿਰ ਉਸ ਤੋਂ ਬਾਅਦ ਇਹ ਸਾਊਥ ਏਸ਼ੀਅਨ ਦਾ, ਜਿਹਦੇ ਵਿੱਚ ਆਪਾਂ ਇੰਡੀਆ ਦੇ ਲੋਕ ਵੀ ਆ ਜਾਂਦੇ ਆ, ਬਲੈਕ ਕਮਿਊਨਿਟੀ ਵੀ ਉਹਦੇ ਵਿੱਚ ਸ਼ਾਮਲ ਹੈ ਤੇ 7.5% ਇਹਨਾਂ ਕਮਿਊਨਿਟੀਜ਼ ਦੇ ਵਿੱਚ ਵੀ ਲੋਕ ਜਿਹੜੇ ਆ ਜੀ ਵੀ ਉਹ ਗੁਰਬਤ ਦੇ ਵਿੱਚ ਤੰਗੀਆਂ ਤੁਰਸ਼ੀਆਂ ਦੇ ਵਿੱਚ ਜਾਣੀ ਕਿ ਜੀ ਰਹੇ ਆ, ਆਪਣੀ ਗੱਲ ਦਿਨ ਕੱਟੀ ਕਰ ਰਹੇ ਆ। ਇਹਦੇ ਨਾਲ ਹੀ ਜਾਣੀ ਇਹ ਬੇਘਰਿਆਂ ਦੀਆਂ ਸਮੱਸਿਆਵਾਂ ਵੀ ਹੋਮਲੈਸਨੈਸ ਆ ਜਿਹੜੀ, ਵੀ ਹੋਮਲੈਸ ਲੋਕ ਜਿਹੜੇ ਆ ਜੀ ਵੀ ਉਹਨਾਂ ਦੀ ਗਿਣਤੀ ਵੀ ਸਾਡੇ ਮੁਲਕ ਦੇ ਵਿੱਚ ਵੱਧ ਰਹੀ ਆ। ਸੋ ਜਿੱਥੇ ਵੀ ਜਾਣੀ ਇਹ ਨਵੇਂ ਲੋਕਾਂ ਨੂੰ ਲਿਆਉਣਾ, ਸਾਰਿਆਂ ਨੂੰ ਇੱਥੇ ਆਉਣ ਲਈ ਅਪਰਚੁਨਿਟੀ ਦੇਣਾ, ਪਰ ਇਸ ਤਰ੍ਹਾਂ ਜਿਹੜੇ ਜਾਣੀ ਕਿ ਵੀ ਲੋਕ ਕੈਨੇਡਾ ਪ੍ਰਤੀ ਆਪਣਾ ਕਾਨਫੀਡੈਂਸ ਲੂਜ਼ ਕਰ ਰਹੇ ਆ ਜਾਂ ਫਿਰ ਇੱਥੇ ਰਹਿ ਕੇ ਇੱਦਾਂ ਜਾਣੀ ਉਹ ਪਛੜ ਰਹੇ ਆ, ਉਧਰ ਵੀ ਲੱਗ ਰਿਹਾ ਵੀ ਗਵਰਨਮੈਂਟ ਨੂੰ, ਸਰਕਾਰਾਂ ਨੂੰ, ਕਮਿਊਨਿਟੀਜ਼ ਨੂੰ, ਲੋਕਾਂ ਨੂੰ, ਸਾਰਿਆਂ ਨੂੰ ਰਲ ਮਿਲ ਕੇ ਧਿਆਨ ਦੇਣ ਦੀ ਲੋੜ ਹੈ। ਜੌਲ ਸਾਹਿਬ, ਨਵੇਂ ਤਬਦੀਲੀਆਂ ਆ ਰਹੀਆਂ ਨੇ ਜੀ ਲੈ ਕੇ ਪਾਸਪੋਰਟ ਰੀਨਿਊਅਲ ਦੇ ਵਾਸਤੇ, ਕੀ ਗੱਲਬਾਤ ਹੈ? ਹੁਣ ਕਹਿੰਦੇ ਕਿ ਗਾਰੰਟਰ ਦੀ ਲੋੜ ਨਹੀਂ ਪਵੇਗੀ। ਯੈਸ, ਇਹ ਨਾ ਅੱਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੰਪਲੀਫਾਈਡ ਜਿਹੜਾ ਪਾਸਪੋਰਟ ਰੀਨਿਊ ਕਰਨ ਦਾ ਪ੍ਰੋਸੈਸ ਤਾਂ ਸਿਸਟਮ ਦੇ ਵਿੱਚ ਸੀਗਾ, ਪਰ ਇਹਨੂੰ ਜਾਣੀ ਹੁਣ ਥੋੜਾ ਉਹਨਾਂ ਨੇ ਐਕਸਪੈਂਡ ਕਰ ਦਿੱਤਾ, ਵੀ ਵਧਾ ਦਿੱਤਾ, ਕਹਿ ਲਓ ਵੀ ਹੋਰ ਜ਼ਿਆਦਾ ਲੋਕਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਆ। ਤੇ ਇਹਦੇ ਨਾਲ ਨੈਚੁਰਲੀ ਵੀ ਜਿਹੜਾ ਦਫ਼ਤਰਾਂ ਦਾ ਸਟਾਫ ਆ ਪਾਸਪੋਰਟ ਕੈਨੇਡਾ ਦਾ, ਉਹਨਾਂ ਦਾ ਵਰਕਲੋਡ ਵੀ ਘਟੂਗਾ। ਵੀ ਪਹਿਲਾਂ ਇਹ ਹੁੰਦਾ ਸੀਗਾ ਵੀ ਜਿਹਨਾਂ ਦਾ ਨਵਾਂ ਪਾਸਪੋਰਟ ਐਕਸਪਾਇਰ ਹੋਇਆ ਹੋਵੇ, ਜਾਣੀ ਤਰੀਕ ਮੁੱਕੀ ਹੋਵੇ, ਉਹਨਾਂ ਨੇ ਜਦੋਂ ਕੈਨੇਡੀਅਨ ਆਪਣਾ ਪਾਸਪੋਰਟ ਨਵਾਂ ਅਪਲਾਈ ਕਰਨਾ ਆ ਤੇ ਫਿਰ ਕੋਈ ਬਹੁਤੇ ਵੱਡੇ ਉਹਨਾਂ ਨੂੰ ਕਾਗਜ਼ ਡਾਕੂਮੈਂਟੇਸ਼ਨ ਜਿਹੜੀ ਨਵੇਂ ਸਿਰੇ ਤੋਂ ਨਹੀਂ ਸੀ ਐਪਲੀਕੇਸ਼ਨ ਦੇ ਨਾਲ ਸਬਮਿਟ ਕਰਨੀ ਪੈਂਦੀ, ਵੀ ਆਪਣੀਆਂ ਜਸਟ 2 ਫੋਟੋਆਂ ਦੇ ਦਿਓ, ਫਾਰਮ ਭਰ ਦਿਓ ਤੇ ਜਿਹੜਾ ਪੁਰਾਣਾ ਪਾਸਪੋਰਟ ਆ ਉਹ ਨਾਲ ਲਾ ਦਿਓ ਤੇ 2 ਰੈਫਰੈਂਸਸ ਉਹਦੇ ਵਿੱਚ ਦੇ ਦਿਓ ਤੇ ਚਲੋ ਜੀ ਹੋ ਗਿਆ, ਮਤਲਬ ਪਾਸਪੋਰਟ ਨਵਾਂ ਬਣ ਕੇ ਜਿਹੜਾ ਉਹ ਆ ਜਾਂਦਾ ਸੀਗਾ। ਤੇ ਉਹ ਜਾਣੀ ਕਰ ਇੱਦਾਂ ਲੋਕ ਹੀ ਹੋ ਸਕਦੇ ਸੀਗੇ ਜਿਨ੍ਹਾਂ ਦਾ ਪਾਸਪੋਰਟ ਐਕਸਪਾਇਰ ਹੋਏ ਨੂੰ ਬਾਹਲਾ ਟਾਈਮ ਨਾ ਹੋਇਆ ਹੋਵੇ, ਜਾਣੀ 1 ਸਾਲ ਤੋਂ ਜ਼ਿਆਦਾ ਟਾਈਮ ਨਾ ਹੋਇਆ ਹੋਵੇ। ਪਰ ਹੁਣ ਸਮਝਿਆ ਇਹ ਗਿਆ ਵੀ ਕੈਨੇਡੀਅਨ ਜਿਹੜਾ ਇਮੀਗ੍ਰੇਸ਼ਨ ਦਾ ਸਿਟੀਜ਼ਨਸ਼ਿਪ ਦਾ ਰੈਕਡ ਆ ਕੰਪਿਊਟਰਸ ਦਾ, ਉਹ ਤੇ ਜੇ ਕੋਈ ਕੈਨੇਡੀਅਨ ਸਿਟੀਜ਼ਨ ਹੈਗਾ ਆ ਤੇ ਫਿਰ ਉਹ ਹੈਗਾ ਹੀ ਆ, ਸਿਸਟਮ ਦੇ ਵਿੱਚ ਪਤਾ ਹੀ ਆ ਵੀ ਉਹ ਬੰਦਾ ਸਿਟੀਜ਼ਨ ਆ, ਤੇ ਜੇ ਸਿਟੀਜ਼ਨ ਆ ਤੇ ਫਿਰ ਪਾਸਪੋਰਟ ਲਈ ਵੀ ਉਹ ਐਲੀਜੀਬਲ ਆ। ਸੋ ਫਿਰ ਬਾਹਲੇ ਚੱਕਰਾਂ ਦੇ ਵਿੱਚ ਉਹਨੂੰ ਪਾਉਣਾ ਕਿਉਂ ਆ? ਇਸ ਕਰਕੇ ਇਹ ਆ ਜੀ ਵੀ ਹੁਣ ਜਾਣੀ ਪਿਛਲੇ 15 ਸਾਲਾਂ ਤੱਕ ਵੀ ਜਿਹਨਾਂ ਦਾ ਪਾਸਪੋਰਟ ਮੁੱਕਿਆ ਹੋਊਗਾ ਤੇ ਨਹੀਂ ਰੀਨਿਊ ਕਰਾਇਆ, ਉਹਨਾਂ ਨੂੰ ਵੀ ਜਾਣੀ ਕਿ ਇਹ ਸਿੰਪਲੀਫਾਈਡ ਪਾਸਪੋਰਟ ਰੀਨਿਊਅਲ ਪ੍ਰੋਸੈਸ ਦੇ ਵਿੱਚ ਲੈ ਆਂਦਾ ਗਿਆ। ਕੱਲ੍ਹ ਤੋਂ ਹੀ ਜਾਣੀ ਇਹ ਨਵਾਂ ਸਿਸਟਮ ਸ਼ੁਰੂ ਵੀ ਹੋ ਗਿਆ ਤੇ ਹੁਣ ਪਿਛਲੇ 15 ਸਾਲਾਂ ਦੇ ਵਿੱਚ ਜਿਹਨਾਂ ਦੇ ਪਾਸਪੋਰਟ ਹੋਏ ਐਕਸਪਾਇਰ, ਉਹਨਾਂ ਨੇ ਨਹੀਂ ਆਪਣੇ ਨਵੇਂ ਬਣਾਏ, ਤੇ ਉਹ ਵੀ ਜਾਣੀ ਇਹ ਸਧਾਰਨ ਤਰੀਕੇ ਦੇ ਨਾਲ ਆਪਣਾ ਜਿਹੜਾ ਨਵਾਂ ਪਾਸਪੋਰਟ ਆ ਉਹ ਲੈ ਸਕਦੇ ਆ। ਪਰ ਕੁੱਲ ਮਿਲਾ ਕੇ ਜਾਣੀ ਕਿ ਜਿੱਦਾਂ ਇਹ ਹੈ ਨਾ ਵੀ ਆਪਾਂ ਬਹੁਤ ਵਾਰ ਅੱਜ ਕੱਲ੍ਹ ਆ ਸ਼ਿਕਾਇਤਾਂ ਮਿਲਦੀਆਂ ਜੀ ਵੀ ਅਸੀਂ ਇੰਡੀਆ ਜਾਣਾ ਸੀ, ਵੀਜ਼ਾ ਅਪਲਾਈ ਕੀਤਾ, ਟਿਕਟ ਬਣਾਈ ਹੋਆ ਤੇ ਸਾਨੂੰ ਹੁਣ ਵੀਜ਼ਾ ਆਇਆ ਹੀ ਨਹੀਂ ਹੈ। ਪਰ ਉਹ ਦੂਜੇ ਪਾਸੇ ਉਹਨਾਂ ਨੇ ਉੱਥੇ ਬਾਰ-ਬਾਰ ਲਿਖ ਕੇ ਪਾਇਆ ਵੀ ਭਾਈ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ, ਪਰ ਜਦ ਤੱਕ ਵੀਜ਼ਾ ਆ ਨਾ ਜਾਏ ਤੁਸੀਂ ਟਿਕਟ ਨਹੀਂ ਬਣਾਉਣੀ, ਤੁਸੀਂ ਆਪਣਾ ਕੋਈ ਟਰੈਵਲ ਪ੍ਰੋਗਰਾਮ ਨਹੀਂ ਬਣਾਉਣਾ ਆ, ਤੇ ਸਿਰਫ ਜਸਟ ਟਿਕਟ ਬਣਾ ਲਈ ਹੋਣਾ। ਇਹ ਕੋਈ ਐਮਰਜੈਂਸੀ ਰੀਜ਼ਨ ਨਹੀਂ ਹੈਗਾ ਵੀ ਜਿਹਦੇ ਕਰਕੇ ਐਕਸਪੈਡਾਈਟਡ ਜਾਣੀ ਵੀਜ਼ਾ ਬੜੀ ਕਾਹਲੀ ਤੇਜ਼ੀ ਦੇ ਨਾਲ ਦੇ ਦਿੱਤਾ ਜਾਵੇ। ਇੱਦਾਂ ਹੀ ਇਹ ਪਾਸਪੋਰਟ ਕੈਨੇਡਾ ਵੀ ਲੋਕਾਂ ਨੂੰ ਕਹਿ ਰਹੇ ਆ ਵੀ ਜਦੋਂ ਪਾਸਪੋਰਟ ਅਪਲਾਈ ਕੀਤਾ ਤੇ ਤੁਸੀਂ ਆਪਣਾ ਕੋਈ ਟਰੈਵਲ ਪ੍ਰੋਗਰਾਮ ਨਹੀਂ ਬਣਾਉਣਾ, ਵੀ ਅਸੀਂ ਟਿਕਟ ਬੁੱਕ ਕਰ ਲਈਏ ਜੀ, ਹੋਟਲ ਬੁੱਕ ਕਰ ਲਈਏ ਜੀ, ਪਾਸਪੋਰਟ ਆ ਹੀ ਜਾਣਾ ਆ ਜੀ। ਸੋ ਇਸ ਕਰਕੇ ਡਿਲੇ ਵੀ ਹੋ ਸਕਦੀ ਆ ਸਿਸਟਮ ਦੇ ਵਿੱਚ। ਤਦ ਕਰਕੇ ਆਪਣੇ ਜਿਹੜੇ ਡਾਕੂਮੈਂਟਸ ਆ ਜਿਨ੍ਹਾਂ ਦੇ ਬਲਬੂਤੇ ਤੇ ਟਰੈਵਲ ਕਰਨਾ, ਉਹ ਵੀ ਜਿੰਨਾ ਚਿਰ ਹੱਥ 'ਚ ਨਹੀਂ ਹੈਗੇ ਉਹਨਾਂ ਚਿਰ ਆਪਣਾ ਜਿਹੜਾ ਟਰੈਵਲ ਅਰੇਂਜਮੈਂਟਸ ਨਹੀਂ ਕਰਨੇ ਹੈ। ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਪਾਸਪੋਰਟ ਜਿਹੜੇ ਆ ਜੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਦੇ ਨਾਲ ਹੁਣ ਲੋਕਾਂ ਨੂੰ ਮਿਲਣੇ ਹੁਣ ਸ਼ੁਰੂ ਹੋ ਗਏ ਆ ਜੀ। 9058131320 ਅੱਜ 1 ਤਰੀਕ ਹੈ ਜੀ ਅਪ੍ਰੈਲ ਦੀ, ਐਂਡ ਅਪ੍ਰੈਲ ਦੇ ਮਹੀਨੇ ਦੇ ਵਿੱਚ ਵੀ ਅਸੀਂ ਕਦਮ ਰੱਖ ਚੁੱਕੇ ਹਾਂ। ਐਂਡ ਤੁਹਾਨੂੰ ਪਤਾ ਹੈ ਕਿ 1 ਅਪ੍ਰੈਲ ਨੂੰ ਕਾਫੀ ਰਿਸਟ੍ਰਿਕਸ਼ਨਸ, ਕਾਫੀ ਐਗਜ਼ੈਂਪਸ਼ਨਸ ਵੀ ਹੋ ਰਹੀਆਂ ਨੇ ਜੀ। ਐਂਡ ਜੌਲ ਸਾਹਿਬ ਇਸ ਖਬਰ ਨੂੰ ਲੈ ਕੇ ਕਾਫੀ ਲੋਕ
they were very very excited ਇਸ ਚੀਜ਼ ਨੂੰ ਲੈ ਕੇ। ਹੁਣ ਫੋਰਨ ਟਰੈਵਲਰਸ ਜਿਹੜੇ ਕੈਨੇਡਾ ਐਗਜ਼ੈਂਪਟ ਹੈ ਫਰਮ ਕੋਵਿਡ ਟੈਸਟ ਬਿਫੋਰ ਬੋਰਡਿੰਗ देयर ਫਲਾਈਟਸ ਐਜ਼ ਆਫ ਟੁਡੇ। ਅੱਜ ਦੀ ਇਹ ਗੱਲਬਾਤ ਬਹੁਤ ਅਹਿਮ ਹੈ ਜੀ। ਹਾਂ ਬਿਲਕੁਲ ਅਰਸ਼, ਇਸ ਤਰ੍ਹਾਂ ਦੇਖੋ ਜੀ ਵੀ ਪਿਛਲੇ ਇਹ 2 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਸ ਮਹਾਮਾਰੀ ਨੇ ਦੁਨੀਆ ਨੂੰ, ਸਾਰੀ ਧਰਤੀ ਨੂੰ ਆਪਣੀ ਪਕੜ ਦੇ ਵਿੱਚ ਲਿਆ ਤੇ ਕੋਈ ਜਗ੍ਹਾ ਐਸੀ ਬਚੀ ਨਹੀਂ ਕਿ ਜਿੱਥੇ ਕੋਈ ਟ੍ਰੈਫਿਕ ਵੀ ਨਹੀਂ, ਆਮ ਲੋਕਾਂ ਦੀ ਠੰਡ ਇੰਨੀ ਆ, ਗ੍ਰੀਨ ਲਾਈਟ ਦੇ ਇਲਾਕੇ ਉੱਥੇ ਵੀ ਜਾਣੀ ਕੋਵਿਡ ਦੇ ਪੇਸ਼ੈਂਟ ਨਿਕਲ ਆਏ। ਇਹ ਹੁਣ ਜਾਣੀ ਕਰਦਿਆਂ ਕਰਾਉਂਦਿਆਂ ਇੱਥੋਂ ਤੱਕ ਆਪਣੇ ਮੈਡੀਕਲ ਸਿਸਟਮਸ ਆ ਜਿਹੜੇ ਜੀ ਵੀ ਪਹੁੰਚ ਗਏ ਆ ਤੇ ਹੁਣ ਉਹ ਕੌਨਫੀਡੈਂਟ ਨੇ ਵੀ ਜੀ ਕੋਈ ਨਵੇਂ ਕੇਸ ਡੇਲੀ ਬੇਸਿਸ ਤੇ ਆ ਵੀ ਰਹੇ ਆ। ਡੈਥਸ ਵੀ ਭਾਵੇਂ ਹਜੇ ਤੱਕ ਵੀ ਰਿਪੋਰਟ ਹੋ ਰਹੀਆਂ ਸਾਡੇ ਇੱਥੇ ਓਨਟਾਰੀਓ ਦੇ ਵਿੱਚ ਵੀ, ਕੈਨੇਡਾ ਦੀਆਂ ਹੋਰ ਪ੍ਰੋਵਿੰਸਿਸ ਦੇ ਵਿੱਚ ਵੀ ਡੇਲੀ ਬੇਸਿਸ ਤੇ ਨਵੇਂ ਕੇਸਿਸ ਜਿਹੜੇ ਉਹ ਵੀ ਆ ਰਹੇ ਆ। ਪਰ ਸਾਡਾ ਜਿਹੜਾ ਹੈਲਥ ਸਿਸਟਮ ਆ, ਮੈਡੀਕਲ ਐਕਸਪਰਟਸ ਆ, ਉਹ ਕੌਨਫੀਡੈਂਟ ਆ, ਉਹ ਸਮਝ ਰਹੇ ਆ ਜੀ ਵੀ ਹੁਣ ਜਿਹੜੀ ਵੈਕਸੀਨ ਹੈਗੀ ਆ ਸਾਡੇ ਕੋਲ, ਜਾਂ ਫਿਰ ਬਾਕੀ ਦੇ ਅਦਰਵਾਈਜ਼ ਸਾਡੇ ਕੋਲ ਰਿਸੋਰਸਿਸ ਤੇ ਟੂਲਸ ਹੈਗੇ ਆ ਜਿਹਦੇ ਵਿੱਚ ਦਵਾਈਆਂ ਗੋਲੀਆਂ ਵੀ ਸ਼ਾਮਲ ਆ, ਵੀ ਉਹਦੇ ਨਾਲ ਅਸੀਂ ਇਸ ਵਾਇਰਸ ਨੂੰ ਟਰੀਟ ਕਰ ਸਕਦੇ ਹਾਂ। ਪਹਿਲਾਂ ਜਾਣੀ ਕਿ ਵੀ ਇਸ ਤਰ੍ਹਾਂ ਦੀ ਕੋਈ ਖੋਜ, ਕੋਈ ਦਵਾਈ ਨਾ ਹੋਣ ਕਰਕੇ, ਵੈਕਸੀਨ ਨਾ ਹੋਣ ਕਰਕੇ ਮਾਰ ਜਿਹੜੀ ਹੈ ਆਪਾਂ ਦੇਖਿਆ ਵੀ ਬਹੁਤ ਵੱਡੀ ਪਈ ਤੇ ਜਿਹੜੀਆਂ ਮੌਤਾਂ ਜੀ ਵੀ ਡੇਲੀ ਬੇਸਿਸ ਤੇ ਮੱਖੀਆਂ ਮੱਛਰਾਂ ਵਾਂਗੂ ਜਿਹੜੇ ਇਨਸਾਨ ਆ ਉਹਨਾਂ ਦਾ ਮਰਨਾ ਆਪਾਂ ਦੁਨੀਆ 'ਚ ਦੇਖ ਰਹੇ ਸੀ, ਹੋ ਰਿਹਾ ਸੀਗਾ। ਪਰ ਜਦੋਂ ਤੋਂ ਵੈਕਸੀਨ ਆਈ ਆ ਵੀ ਮੌਤ ਦਾ ਤਾਂਡਵ ਰੁਕਿਆ ਵੀ ਆ। ਸੋ ਤਦ ਕਰਕੇ ਵੀ ਹੁਣ ਜਿਹੜੀਆਂ ਇਹ ਰਿਸਟ੍ਰਿਕਸ਼ਨਸ ਆ ਆਪਣਾ ਵਾਰ ਸਾਰੀ ਦੁਨੀਆ 'ਚ ਹੀ ਖਤਮ ਹੋ ਰਹੀਆਂ ਤੇ ਕੈਨੇਡਾ ਨੇ ਵੀ ਫਿਰ ਅੱਜ ਤੋਂ ਇਹ ਖੋਲ੍ਹ ਦਿੱਤਾ, ਕਹਿ ਲਓ ਵੀ ਇੰਟਰਨੈਸ਼ਨਲ ਜਿਹੜੇ ਟਰੈਵਲਰ ਆ ਵਿਦੇਸ਼ਾਂ ਤੋਂ ਇੱਥੇ ਕੈਨੇਡਾ 'ਚ ਆਉਣ ਵਾਲੇ ਲੋਕ, ਵੀ ਉਹਨਾਂ ਨੇ ਜਦੋਂ ਜਹਾਜ਼ ਦੇ ਵਿੱਚ ਬੈਠਣਾ ਤੇ ਕੋਵਿਡ ਟੈਸਟ ਜਿਹੜਾ ਕਰਾਉਣਾ ਪੈਂਦਾ ਸੀ, ਹੁਣ ਤਾਂ ਭਾਵੇਂ ਉਹ ਰੈਪਿਡ ਐਂਟੀਜਨ ਟੈਸਟ ਹੀ ਰਹਿ ਗਿਆ ਸੀਗਾ, ਉਹ ਜਿਹੜਾ ਜੀ ਵੀ ਖਤਮ ਕਰ ਦਿੱਤਾ। ਸੋ ਅੱਜ ਤੋਂ ਜਿਹੜੇ ਜਾਣੀ ਕਿ ਅੱਜ ਵੀ ਲੋਕ ਇੱਥੇ ਪਹੁੰਚੂਗੇ ਫਲਾਈਟਸ ਦੇ ਵਿੱਚ, ਜਾਣੀ ਕਿ ਵੀ ਉਹ ਬਿਨਾਂ ਟੈਸਟ ਤੋਂ ਬੈਠ ਸਕੇ ਹੋਣਗੇ। ਤੇ ਕੁੱਲ ਮਿਲਾ ਕੇ ਜਾਣੀ ਵੀ ਹੁਣ ਸਿਰਫ ਤੇ ਸਿਰਫ ਜਿਹੜੀ ਵੈਕਸੀਨ ਆ ਉਹਦੇ ਟੀਕੇ ਲੱਗੇ ਹੋਏ ਹੋਣਾ ਜ਼ਰੂਰੀ ਆ ਤੇ ਫਲਾਈਟ 'ਚ ਬੈਠਣ ਤੋਂ 14 ਦਿਨ ਪਹਿਲਾਂ ਤੱਕ ਆਪਣੇ ਜਿਹੜੇ ਆ ਵੈਕਸੀਨ ਦੇ ਦੋਨੇ ਟੀਕੇ ਲੱਗ ਗਏ ਹੋਣ ਤੇ ਫਿਰ ਹੁਣ ਕੋਵਿਡ ਟੈਸਟ ਕਰਾਉਣ ਦੀ ਲੋੜ ਨਹੀਂ ਜਹਾਜ਼ 'ਚ ਬੈਠਣ ਤੋਂ ਪਹਿਲਾਂ ਜੀ। ਸੋ ਇਹ ਬਹੁਤ ਵੱਡੀ ਰਾਹਤ ਹੈ ਜੀ। ਸੋ ਇੱਕ ਵਾਰੀ ਫਿਰ ਤੋਂ ਅੱਜ 1 ਅਪ੍ਰੈਲ ਹੈ, ਸੋ ਪਲੀਜ਼ ਹੁਣ ਬਾਰ-ਬਾਰ ਉਹਨਾਂ ਨੂੰ ਇਹ ਨਾ ਪੁੱਛਿਓ ਕਿ ਹੁਣ ਬੰਦ ਹੋ ਗਿਆ ਜੀ, ਬੰਦ ਹੋ ਗਿਆ। ਅੱਜ ਤੁਹਾਨੂੰ ਸੁਣਾਤਾ ਹੈ। ਜੇ ਤੁਸੀਂ ਜੌਲ ਸਾਹਿਬ ਦੇ ਨਾਲ ਆਫ ਦੇਅਰ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। 9058131320 905 813 1320। ਜੌਲ ਸਾਹਿਬ, ਜਿੱਥੇ ਅੱਜ 1 ਅਪ੍ਰੈਲ ਹੈ ਉੱਥੇ ਦੱਸ ਦਈਏ ਕਿ 2.21 ਸੈਂਟਸ ਪਰ ਲੀਟਰ ਕਾਰਬਨ ਟੈਕਸ ਐਡ ਕਰ ਦਿੱਤਾ ਗਿਆ ਹੈ ਤੇ ਦਾ ਪ੍ਰਾਈਸ ਹੁਣ ਲੈ ਲਈ, ਦਾ ਲੀਟਰ ਦਾ ਪ੍ਰਾਈਸ ਜੋ ਹੋ ਚੁੱਕਾ ਹੈ ਉਹ ਟੋਟਲ 6% ਵੱਧ ਚੁੱਕਾ ਜੀ ਰਾਤੋਂ ਰਾਤ। ਹਾਂ ਬਿਲਕੁਲ, ਇਸ ਤਰ੍ਹਾਂ ਦੇਖੋ ਜੀ ਵੀ ਇਹ ਆਪਾਂ ਕਰ ਰਹੇ ਸੀ ਪਿਛਲੇ ਦਿਨਾਂ ਤੋਂ ਵੀ ਵੈਸੇ ਗੱਲ, ਤੇ ਜਿਉਂ ਹੀ ਇਹ ਯੂਕਰੇਨ ਦੀ ਸਿਚੁਏਸ਼ਨ ਬਣੀ ਆ ਤੇ ਗੈਸ ਦੀ ਪ੍ਰਾਈਸ ਜਿਹੜੀ ਆ ਜੀ ਵੀ ਇਹ ਵੀ ਲਗਾਤਾਰਤਾ ਦੇ ਨਾਲ ਅੱਪ ਗਈ ਆ। ਸੋ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਇਹ ਵੀ ਹਾਲਤ ਰਹਿੰਦੀ ਆ। ਕਦੀ 5-7-10 ਸੈਂਟ ਜਿਹੜੀ ਆ ਜੀ ਅੱਪ ਚਲੇ ਗਿਆ ਲੀਟਰ ਜੀ, ਹੁਣ ਅੱਜ ਥੱਲੇ ਆ ਜਾਣੀ ਆ ਜੀ। ਇੱਦਾਂ ਹੀ ਆ ਜੀ ਕਿ ਪਿਛਲੇ ਦਿਨਾਂ ਤੋਂ ਸਿਲਸਿਲਾ ਜਿਹੜਾ ਜਾਰੀ ਆ। ਪਰ ਕੁੱਲ ਮਿਲਾ ਕੇ ਜਿਹੜਾ ਇਹ ਕਾਰਬਨ ਟੈਕਸ ਵਧਿਆ ਅੱਜ, ਇਹ ਫਿਰ ਇੱਕ ਹੁਣ ਰਿਐਲਿਟੀ ਆ ਜਿਹੜੀ ਕਿ ਰਹਿਣੀ ਆ ਤੇ 2030 ਤੱਕ ਜਾਣੀ ਆ ਜੇ ਸਿਲਸਿਲਾ ਏਦਾਂ ਚੱਲੀ ਜਾਣਾ ਸਾਲੋ ਸਾਲ। ਤੇ ਅੱਜ ਜਾਣੀ ਕਿ ਜਿਹੜਾ ਇਹ 2.25 ਸੈਂਟ ਦਾ ਕਹਿ ਲਓ ਵੀ 2.21 ਸੈਂਟਸ ਦਾ ਪਰ ਲੀਟਰ ਇਨਕਰੀਜ਼ ਹੋਇਆ ਕਾਰਬਨ ਟੈਕਸ, ਉਹਦੇ ਨਾਲ ਫਿਰ ਸਾਡੇ ਇੱਥੇ GTA ਦੇ ਵਿੱਚ ਜਾਣੀ ਅਦਰਵਾਈਜ਼ ਵੀ 4 ਸੈਂਟ ਦੇ ਕਰੀਬ ਜਿਹੜੀ ਆ ਪਰ ਲੀਟਰ ਗੈਸ ਦੀ ਪ੍ਰਾਈਸ ਰਾਤੀ ਅੱਪ ਗਈ ਆ। ਤੇ ਇਹ ਕੁੱਲ ਮਿਲਾ ਕੇ ਜਾਣੀ ਕਿ ਇਹ 6.25 ਸੈਂਟ ਜਿਹੜੀ ਅੱਜ ਪ੍ਰਾਈਸ ਜਿਹੜੀ ਆ ਕਾਰਬਨ ਟੈਕਸ ਨੂੰ ਮਿਲਾ ਕੇ ਪਰ ਲੀਟਰ ਅੱਪ ਗਈ ਹੋਣ ਕਰਕੇ GTA ਦੇ ਜਿਹੜੇ ਗੈਸ ਸਟੇਸ਼ਨ ਆ 1.25-2 ਲੀਟਰ ਦੀ ਜਿਹੜੀ ਆ ਜੀ 1 ਲੀਟਰ ਗੈਸ ਜਿਹੜੀ ਆ ਉਹ ਵੇਚ ਰਹੇ ਆ। ਉਸ ਲਿਹਾਜ਼ ਨਾਲ ਇਹ ਆ ਜੀ ਵੀ ਸਾਰੇ ਕੈਨੇਡਾ ਦੇ ਵਿੱਚ ਹੀ ਕੁੱਲ ਮਿਲਾ ਕੇ ਆਪਾਂ ਦੇਖਦੇ ਹਾਂ ਵੀ ਪ੍ਰਾਈਸਿਸ ਜਿਹੜੀਆਂ ਗੈਸ ਦੀਆਂ ਕਾਫੀ ਹਾਈ ਨੇ ਤੇ ਉਹਦੇ ਨਾਲ ਫਿਰ ਹਰ ਤਰ੍ਹਾਂ ਦੀ ਜਿਹੜੀ ਆ ਅਫੋਰਡੇਬਿਲਿਟੀ ਆ ਉਹਦੇ ਤੇ ਵੀ ਇੰਪੈਕਟ ਪੈ ਰਿਹਾ। ਪਰ ਗੈਸ ਦੀ ਪ੍ਰਾਈਸ ਜਿਹੜੀ ਆ ਜੀ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਵੇਂ ਇਹ ਜੰਗ ਬੰਦ ਵੀ ਹੋ ਜਾਵੇ ਤੇ ਲੱਗ ਨਹੀਂ ਰਿਹਾ ਵੀ $1 50 ਸੈਂਟ ਜਾਂ 60 ਸੈਂਟ ਉਸ ਤੋਂ ਕੋਈ ਬਹੁਤੀ ਥੱਲੇ ਜਾਣ ਵਾਲੀ ਆ। ਵੀ ਹੋਰ ਕੁਛ ਨਾ ਹੋਵੇ ਤੇ ਜਾਣੀ ਕਿ ਕਾਰਬਨ ਟੈਕਸ ਦੇ ਦਰਸ਼ਨ ਤੇ ਲੋਕਾਂ ਨੂੰ ਹੁੰਦੇ ਹੀ ਰਹਿਣੇ ਆ। ਹੁਣ ਅੱਜ ਦੀ ਤਰੀਕ ਦੇ ਵਿੱਚ ਵੀ ਜਾਣੀ ਲੋਕ ਜਿਹੜੇ ਆ ਕੁੱਲ ਮਿਲਾ ਕੇ ਜੇ 1 ਲੀਟਰ ਗੈਸ ਆਪਣੀ ਗੱਡੀ 'ਚ ਪਾਉਂਦੇ ਆ ਤੇ ਉਹਦੇ 'ਚ 35 ਸੈਂਟ ਤੋਂ ਜ਼ਿਆਦਾ ਜਿਹੜੀ ਉਹ ਟੈਕਸ ਹੈ ਜੀ 1 ਲੀਟਰ ਦਾ। ਤੇ ਵੀ ਕਾਰਬਨ ਟੈਕਸ ਦਾ ਹੀ ਉਹਦੇ ਵਿੱਚ ਕੰਟਰੀਬਿਊਸ਼ਨ ਜਿਹੜਾ ਜੀ ਕੋਈ 11 ਸੈਂਟ ਦੇ ਲਗਭਗ ਹੈਗਾ। ਉਸ ਲਿਹਾਜ਼ ਨਾਲ ਇਹ ਅੱਜ ਵੀ ਗੈਸ ਜਿਹੜੀ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਸਸਤੀ ਹੋ ਜੂ, ਏਦਾਂ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਜੀ। ਸਾਡੇ ਨਾਲ ਕਾਲਰ ਨੇ ਜੌਲ ਸਾਹਿਬ ਬੁਲਾਉਂਦੇ, ਪਹਿਲੀ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ,
ਆਫ ਦੀ ਆਫ ਦੀ ਹੋ ਰੱਖਿਓ ਜੀ 905 813 1320 905 813 1320 ਜੋਸ ਸਾਹਿਬ ਆਖਰੀ ਖਬਰ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ ਜੋ ਡਾਊਨਟਾਊਨ ਦੇ ਵਿੱਚ ਇੱਕ ਸਪੀਡਿੰਗ ਯੂਐਸਵੀ ਨੇ ਹਿੱਟ ਅ ਟਰੱਕ ਓ ਵਾਓ ਐਂਡ ਦੋ ਪੈਡੈਸਟਰੀਅਨਸ ਦੇ ਨਾਲ ਜਿਹੜਾ ਐਸਯੂਵੀ ਡਰਾਈਵਰ ਆ ਉਸ ਦੀ ਵੀ ਉੱਥੇ ਮੌਤ ਹੋ ਚੁੱਕੀ ਅਰਸ਼ ਭਈ ਹੁਣ ਇਹ ਯੰਗਮੈਨ ਸੀ ਭਈ ਹੁਣ ਇਹ ਟੱਕਰਾਂ ਇਹਨੇ ਕੀਤੀਆਂ ਇੱਕ ਪਹਿਲਾਂ ਪਤਾ ਲੱਗ ਰਿਹਾ ਵੀ ਐਕਸੀਡੈਂਟ ਚੁਰਸਤੇ ਦੇ ਵਿੱਚ ਕੀਤਾ ਉੱਥੇ ਡਾਊਨਟਾਊਨ ਕੋਰ ਦੇ ਵਿੱਚ ਇਹ ਲੇਕ ਸ਼ੋਰ ਦੇ ਨਾਲ ਪੈਂਦਾ ਏਰੀਆ ਉੱਥੇ ਇਹਨੂੰ ਪੁਲਿਸ ਨੇ ਰੋਕਿਆ ਵੀ ਆ ਉਹ ਜਿਹੜਾ ਐਕਸੀਡੈਂਟ ਇਹਨੇ ਕੀਤਾ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਆ ਉਹ ਕਿਸੇ ਵਜ੍ਹਾ ਨਾਲ ਫਿਰ ਇਹਦੇ ਮਨ 'ਚ ਹੁਣ ਜੋ ਵੀ ਆਇਆ ਮੌਤ ਆਈ ਸੀ ਕਹਿ ਲਓ ਵੀ ਇਹ ਉੱਥੋਂ ਮੌਕਾ ਤਾੜ ਕੇ ਗੱਡੀ ਇਹਨੇ SUV ਆਪਣੀ ਭਜਾ ਲਈ ਆ ਤੇ ਨਿਕਲ ਗਿਆ ਗਾਂਹ ਜਾ ਕੇ ਇਹਨੇ ਜਾਣੀ ਤੱਥ ਪੜਾਥ ਦੇ ਵਿੱਚ ਵੀ ਜੇ ਰੁਕਿਆ ਤੇ ਮਗਰ ਪੁਲਿਸ ਪੈ ਜੂਗੀ ਜੀ ਇਹਨੇ ਦੋ ਰਾਹਗੀਰ ਜਿਹੜੇ ਉਸ ਵੇਲੇ ਰੋਡ ਜਿਹੜੀ ਆ ਉਹ ਕ੍ਰਾਸ ਕਰ ਰਹੇ ਸੀਗੇ ਮਤਲਬ ਲਾ ਨੂੰ ਫੋਲੋ ਕਰ ਰਹੇ ਸੀਗੇ ਉਹਨਾਂ ਨੂੰ ਗੱਡੀ ਥੱਲੇ ਦੇ ਦਿੱਤਾ ਉੱਥੋਂ ਗੱਡੀ ਭਜਾਉਣ ਦੀ ਕਾਹਲੀ ਦੇ ਵਿੱਚ ਓ ਨੋ ਗਾਂਹ ਜਾ ਕੇ ਫਲੈਟ ਬੈੱਡ ਟਰੱਕ ਜਾ ਰਿਹਾ ਸੀਗਾ ਉਹਦੇ ਵਿੱਚ ਇਹਦੀ ਗੱਡੀ ਵੱਜੀ ਆ ਤੇ ਜਦੋਂ ਉਹ ਗੱਡੀ ਉਹਦੇ ਚ ਵੱਜ ਕੇ ਤਬਾਹ ਹੋਈ ਆ ਤੇ ਇਹ ਗੱਡੀ ਚੋਂ ਬਾਹਰ ਨਿਕਲ ਕੇ ਡਿੱਗਿਆ ਆਪ ਡਰਾਈਵਰ ਹੁਣ ਗੱਡੀ ਚੋਂ ਬਾਹਰ ਨਿਕਲ ਕੇ ਡਿੱਗਣਾ ਉਹਨੇ ਹੁੰਦਾ ਜਿਹਨੇ ਸੀਟ ਬੈਲਟ ਨਹੀਂ ਲਾਈ ਉਹ ਮਤਲਬ ਜਾਣੀ ਪੁਲਿਸ ਕੋਲੋਂ ਇਹਨੇ ਪੱਤਰਾ ਵਾਚ ਕੇ ਭੱਜਿਆ ਇੰਨਾ ਸਮਾਂ ਵੀ ਨਹੀਂ ਵੀ ਮੈਂ ਸੀਟ ਬੈਲਟ ਲਾ ਲਵਾਂ ਸੋ ਤਦ ਕਰਕੇ ਇਹ ਜਦੋਂ ਨਿਕਲ ਕੇ ਡਿੱਗਿਆ ਗੱਡੀ ਚੋਂ ਬਾਹਰ ਗੱਚੀ ਭਾਰ ਤੇ ਫਿਰ ਮੌਕੇ ਤੇ ਮੌਤ ਜਿਹੜੀ ਹੋਣੀ ਤੈਅ ਹੁੰਦੀ ਆ ਇਸੇ ਕਰਕੇ ਜ਼ਿਆਦਾ ਜਿਹੜੇ ਮੋਟਰਸਾਈਕਲ ਸਵਾਰਾਂ ਦੀ ਜਾਨ ਜਾਂਦੀ ਆ ਵੀ ਜਦੋਂ ਉਹਨਾਂ ਦਾ ਮੋਟਰਸਾਈਕਲ ਇਸ ਤਰ੍ਹਾਂ ਸ਼ਿਕਾਰ ਹੁੰਦਾ ਕਿਸੇ ਟੱਕਰ ਦਾ ਤੇ ਫਿਰ ਜਦੋਂ ਧੌਣ ਭਾਰੇ ਨੇ ਆਮ ਤੌਰ ਤੇ ਜਿਹੜੀ ਉਹ ਡਿੱਗਣਾ ਹੁੰਦਾ ਤੇ ਫਿਰ ਉਹ ਨਹੀਂ ਜਾਨ ਬਚਦੀ ਜੀ ਉਸੇ ਲਿਹਾਜ਼ ਨਾਲ ਹੀ ਇਹ ਪਲਟੀਆਂ ਖਾ ਰਹੀ ਗੱਡੀਆਂ ਦੇ ਵਿੱਚੋਂ ਜਦੋਂ ਲੋਕ ਬਾਹਰ ਨਿਕਲ ਕੇ ਡਿੱਗਣ ਮਤਲਬ ਕਿ ਉਹਨਾਂ ਨੇ ਸੀਟ ਬੈਲਟਾਂ ਨਹੀਂ ਸੀ ਲਾਈਆਂ ਤੇ ਜਦੋਂ ਬਾਹਰ ਨਿਕਲ ਕੇ ਡਿੱਗਣਾ ਤੇ ਬਹੁਤ ਘੱਟ ਚਾਂਸ ਆ ਵੀ ਜਾਨ ਬਚ ਜੂਗੀ ਇਸ ਕਰਕੇ ਅੱਜ ਪੀ ਸਿਚੁਏਸ਼ਨ ਦੇ ਵਿੱਚ 3 ਜਾਨਾਂ ਗਈਆਂ ਇੱਕ ਤੇ ਇਹਦੀ ਆਪਣੀ ਤੇ ਨਾਲ 2 ਰਾਹਗੀਰਾਂ ਦੀ ਲਾਸਟ ਕਾਲ ਲੈ ਲੈਣੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਗੱਲ ਕਰ ਸਕਦਾ ਜੀ ਔਨ ਦੀ ਜੀ ਜੋਲ ਸਾਹਿਬ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੋਲੀ ਜੀ ਆਇਆਂ ਨੂੰ ਕੀ ਹਾਲ ਹੈ ਸਰ ਜੀ ਆਇਆਂ ਨੂੰ ਜੋਲੀ ਜੈਸਾ ਕੋਈ ਨਹੀਂ ਤੁਸੀਂ ਜੋਲੀ ਜੀ ਜੈਸਾ ਕੋਈ ਨਹੀਂ ਸਾਡੇ ਜੋਲੀ ਜੀ ਜਿਹੜਾ ਟੀਵੀ ਲਾਓ ਤੁਸੀਂ ਖਾਸ ਕਰਕੇ ਰੰਗਲਾ ਪੰਜਾਬ ਤੇ ਤਾਂ ਰੋਜ਼ ਸਵੇਰੇ ਤੁਹਾਡੀ ਸੁਣੀਦੀ ਹੈ ਮੈਂ ਪੁੱਛਣਾ ਚਾਹੁੰਦਾ ਸੀਗਾ ਬਈ ਇਹ ਜਿਹੜਾ ਤੁਸੀਂ ਜੋਲ ਸਾਹਿਬ ਜਿਹੜਾ ਤੁਸੀਂ ਹੈਲੋ ਹਾਂਜੀ ਜੋਲੀ ਸਾਹਿਬ ਜਿਹੜਾ ਤੁਸੀਂ ਹੈਗਾ ਅੱਗ ਲੱਗੀ ਸੀਗੀ 5 ਬੰਦੇ ਮਰੇ ਸੀਗੇ ਘਰ ਦੇ ਇੱਕੋ ਘਰ ਦੇ ਇਹਦੇ ਵਿੱਚ ਅਸੀਂ ਐਜੂਕੇਟ ਕਰ ਸਕਦੇ ਹਾਂ ਲੋਕਾਂ ਨੂੰ ਕਿ ਜਿਹੜਾ ਫਾਇਰ ਅਲਾਰਮ ਹੈ ਜਿਹੜਾ ਉਹ ਬਿਲਕੁਲ ਅਪਡੇਟ ਕਰਨਾ ਚਾਹੀਦਾ ਤਾਂ ਕਿ ਅੱਗੋਂ ਤੋਂ ਟ੍ਰੈਜਡੀਜ਼ ਨਾ ਹੋਣ ਜੋਲੀ ਸਾਹਿਬ ਅਸੀਂ ਤਾਂ ਪੂਰਾ ਅੱਧਾ ਘੰਟਾ ਸੈਗਮੈਂਟ ਵੀ ਲਾਇਆ ਦੇ ਉੱਤੇ ਤਾਂ ਹਾਂ ਔਰ ਦੂਸਰਾ ਮੈਂ ਪੁੱਛਣਾ ਚਾਹੁੰਦਾ ਸੀ ਜਿਹੜੀ ਸਾਡੇ ਜਿਹੜੇ ਵੀਜ਼ੇ ਜਿਹੜੇ 10 ਸਾਲਾਂ ਦੇ ਲੱਗੇ ਹੋਏ ਨੇ 5 ਸਾਲਾਂ ਦੇ ਇਹ ਕਦੋਂ ਮਤਲਬ ਇਹ ਖਤਮ ਹੋ ਗਏ ਨੇ ਕਿ ਇਹਦੀ ਉਮੀਦ ਰੱਖੀ ਅਸੀਂ ਕਦੀ ਕਿ ਇਹ ਦੁਬਾਰਾ ਆਉਣਗੇ ਬਹੁਤ ਧੰਨਵਾਦ ਜੋਲੀ ਸਾਹਿਬ ਬਹੁਤ ਧੰਨਵਾਦ ਜੋਲੀ ਜੀ ਇੱਕ ਤਾਂ ਇਹ ਹੈ ਜੀ ਵੀ ਜਿਹੜੇ ਵੀਜ਼ਾਸ ਆ ਇਹ ਸਸਪੈਂਡ ਆ ਅੰਟਿਲ ਫਰਦਰ ਨੋਟਿਸ ਮਤਲਬ ਇਹ ਰੈਵੋਕੇਸ਼ਨ ਨਹੀਂ ਹੈਗੀ ਸਸਪੈਂਸ਼ਨ ਆ ਸਸਪੈਂਸ਼ਨ ਦਾ ਮਤਲਬ ਇਹ ਤੇ ਡਿਸੀਜਨ ਅੱਗੋਂ ਆ ਸਕਦਾ ਰੈਵੋਕੇਸ਼ਨ ਨਹੀਂ ਹੈਗੀ ਸੋ ਉਸ ਲਿਹਾਜ਼ ਨਾਲ ਹਜੇ ਜੇ ਟਰੈਵਲ ਕਰਨਾ ਇੰਡੀਆ ਵਾਸਤੇ ਕੈਨੇਡੀਅਨ ਸਿਟੀਜ਼ਨਸ ਨੇ ਉਹਨਾਂ ਵਾਸਤੇ ਨਵਾਂ ਵੀਜ਼ਾ ਜਿਹੜਾ ਸਟਿੱਕਰ ਵੀਜ਼ਾ ਕਰਨਾ ਜ਼ਰੂਰੀ ਹੈ ਇੱਕ ਤੇ ਹੋ ਗਿਆ ਦੂਸਰਾ ਇਹ ਹੈ ਜੀ ਵੀ ਬਹੁਤ ਵਾਰੀ ਭੈਣ ਭਰਾ ਦੇ ਕੋਲ ਜੋਲੀ ਜੀ ਨੇ ਜੋ ਸਵਾਲ ਪੁੱਛਿਆ ਵੀ ਕਿੰਨੀ ਵਾਰੀ ਆਪਾਂ ਪਹਿਲੇ ਦਿਨ ਤੋਂ ਇੱਥੇ ਗੱਲ ਕਰਦੇ ਆ ਰਹੇ ਵੀ ਮਿਸ ਕਰ ਜਾਂਦੇ ਨੇ ਪ੍ਰੋਗਰਾਮ ਖੁਦ ਤੇ ਫਿਰ ਉਹਨਾਂ ਨੂੰ ਜਾਣੀ ਜਦੋਂ ਰੇਡੀਓ ਔਨ ਕਰਨ ਬਾਈ ਚਾਂਸ ਸੁਣ ਰਹੇ ਹੋਣ ਤੇ ਲੱਗਦਾ ਹੁੰਦਾ ਵੀ ਜਾਣੀ ਮੀਡੀਆ ਨੇ ਗੱਲ ਨਹੀਂ ਕੀਤੀ ਕਦੇ ਮੈਂ ਹਨਾ ਤੇ ਪਰ ਲੇਕਿਨ ਕਿ ਆਪਾਂ ਤੇ ਹੁਣ ਕੀ ਕੋਸ਼ਿਸ਼ ਹੁੰਦੀ ਆ ਵੀ ਇਸ਼ੂ ਰਹਿ ਨਾ ਜਾਵੇ ਕਿਤੇ ਹਨਾ ਸੋ ਕਈ ਵਾਰੀ ਉਹਨੂੰ ਮਹੀਨਿਆਂ ਤੱਕ ਆਪਾਂ ਫੋਲੋ ਕਰਦੇ ਰਹਿੰਦੇ ਵੀ ਸਾਰੇ ਜੇ ਕਿਤੇ ਅਚਾਨਕ ਵੀ ਕਿਸੇ ਨੇ ਰੇਡੀਓ ਲਾਇਆ ਤੇ ਮਿਸ ਨਾ ਕਰ ਜਾਣ ਇਸ ਕਰਕੇ ਭੈਣ ਭਰਾ ਆਪਣੇ ਹੁਣ ਪਿੱਛੇ ਡੰਪ ਟਰੱਕ ਸਾਡੇ ਕਿੰਨੀ ਸਟਰਗਲ ਚੱਲ ਰਹੀ ਹੈ ਉਹਨਾਂ ਦੀ ਪ੍ਰੋਟੈਸਟ ਚੱਲਦਾ ਪਿਆ ਜੀ ਹਾਂ ਤੇ ਉਹਨਾਂ ਦਾ ਜਿਸ ਦਿਨ ਫੋਨ ਆਇਆ ਉਹਨਾਂ ਨੇ ਕਿਹਾ ਜੀ ਮੀਡੀਆ ਨੇ ਕਦੇ ਗੱਲ ਨਹੀਂ ਕੀਤੀ ਅਸੀਂ ਕਿਹਾ ਜੀ ਇਹ ਤਾਂ ਹੋ ਸਕਦਾ ਵੀ ਜਿੱਦਾਂ ਹੁਣ ਤੁਸੀਂ ਬਿਜ਼ੀ ਹੋ ਆਪਣੇ ਕੰਮਾਂ ਕਾਰਾਂ 'ਚ ਭੈਣ ਭਰਾ ਬੜੇ ਬਿਜ਼ੀ ਨੇ ਉਹ ਸਦਾ ਰੇਡੀਓ ਨਾਲ ਨਹੀਂ ਜੁੜ ਸਕਦੇ ਇਸੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਰਿਪੀਟ ਕਰਨ ਦੀ ਕੋਸ਼ਿਸ਼ ਬਿਲਕੁਲ ਵੀ ਅਸੀਂ ਗੱਲ ਕੀਤੀ ਤੇ ਕਿਸੇ ਭੈਣ ਭਰਾ ਨਹੀਂ ਸੁਣੀ ਤੇ ਉਹਨੇ 15 ਦਿਨਾਂ ਬਾਅਦ ਜੇ ਕਹਿਣਾ ਵੀ ਅਸੀਂ ਕੀਤੀ ਨਹੀਂ ਤੇ ਫਿਰ ਇਹ ਗੱਲ ਠੀਕ ਨਹੀਂ ਅਸੀਂ ਕਰਦੇ ਰਹਿੰਦੇ ਹਾਂ
ਤੁਸੀਂ ਵੀ ਰੋਜ਼ ਪ੍ਰੋਗਰਾਮਾਂ ਦੇ ਨਾਲ ਨਹੀਂ ਜੁੜਦੇ ਹੋਣ ਕਰਕੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਭੈਣ ਭਰਾਵੋ ਆਪ ਵੀ ਮਿਸ ਕਰ ਜਾਂਦੇ ਹੋ। ਬਿਲਕੁਲ ਜੋਸਫ ਜੀ। ਇਸ ਕਰਕੇ ਇਹ ਵੀ ਸੋਚ ਲੈਣਾ ਚਾਹੀਦਾ ਵੀ ਹੋ ਸਕਦਾ ਮੀਡੀਆ ਰੇਡੀਓ ਗੱਲਾਂ ਕਰੇ ਹੀ ਰਹੇ ਹੁਣ, ਪਰ ਅਸੀਂ ਵੀ ਇੰਨੇ ਬਿਜ਼ੀ ਹਾਂ ਵੀ ਅਸੀਂ ਨਾ ਸੁਣ ਸਕੇ ਹੋਈਏ, ਹੈ ਨਾ। ਜੀ ਜੀ ਜੀ। ਸੋ ਤਦ ਕਰਕੇ ਵੀ ਅਸੀਂ ਇਹ ਗੱਲ ਉਦੋਂ ਤੋਂ ਹੀ ਕਰ ਰਹੇ ਹਾਂ ਵੀ ਜਿਹੜਾ ਇਹ ਫਾਇਰ ਅਲਾਰਮ ਆ ਇਹ ਤੁਹਾਡਾ ਦੋਸਤ ਆ, ਤੁਹਾਡਾ ਦੁਸ਼ਮਣ ਨਹੀਂ। ਫਾਇਰ ਅਲਾਰਮ ਦੇ ਨਾਲ ਦੋਸਤੀ ਕਮਾਓ, ਇਹਦੇ ਨਾਲ ਦੁਸ਼ਮਣੀ ਨਾ ਕਮਾਓ। ਇਸ ਫਾਇਰ ਅਲਾਰਮ ਦੀ ਬੈਟਰੀ ਨੂੰ ਚੈੱਕ ਨਾ ਕਰਨਾ, ਪਰੌਂਠੇ ਪਕਾਉਣ ਲਈ ਉਹਨਾਂ ਦੀਆਂ ਬੈਟਰੀਆਂ ਕੱਢ ਕੇ ਰੱਖ ਦੇਣਾ, ਉਹਦੇ ਤੇ ਤੌਲੀਏ ਅਖਬਾਰਾਂ ਪਾਉਣ ਦਾ ਮਤਲਬ ਇਹ ਆ ਵੀ ਫਾਇਰ ਅਲਾਰਮ ਨਾਲ ਅਸੀਂ ਦੁਸ਼ਮਣੀ ਕਮਾ ਰਹੇ ਹਾਂ। ਸੋ ਦੁਸ਼ਮਣੀ ਜਿਹੜੀ ਇਹ ਕਮਾਈ ਫਿਰ ਏਦਾਂ ਮਹਿੰਗੀ ਪੈਂਦੀ ਆ ਜਦੋਂ ਐਕਸੀਡੈਂਟ ਜਾਂ ਕਹ ਲਓ ਵੀ ਏਦਾਂ ਘਟਨਾਵਾਂ ਵਾਪਰ ਜਾਂਦੀਆਂ, ਫਿਰ ਆਪਾਂ ਅੱਖਾਂ 'ਚ ਘਸੁੰਨ, ਰੋਣੇ, ਵਿਲਕਣੇ ਤੇ ਮਾਰ ਕਿਤੇ ਬੇਹੋਸ਼ ਹੋਣ ਤੱਕ ਜਾਂਦੇ ਆ, ਖੁਸ਼ੀਆਂ ਪੈਂਦੀਆਂ। ਪਰ ਰਹਿੰਦੇ ਸਮੇਂ ਤੇ ਜਦੋਂ ਅਸੀਂ ਨਹੀਂ ਫਿਰ ਧਿਆਨ ਦਿੰਦੇ ਤੇ ਫਿਰ ਗਸ਼ੀਆਂ ਦੇਖ ਕੇ ਵੀ ਕਈ ਵਾਰੀ ਅਜੀਬੋ-ਗਰੀਬ ਲੱਗਦਾ, ਹਨਾ। ਰਾਈਟ। ਸੋ ਤਦ ਕਰਕੇ ਇਹ ਹੈ ਜੀ ਵੀ ਇਹ ਫਾਇਰ ਅਲਾਰਮ ਸਾਰਿਆਂ ਭੈਣ ਭਰਾਵਾਂ ਨੂੰ ਪਤਾ ਹੀ ਹੈ ਕਿ ਸਾਡਾ ਦੋਸਤ ਹੈ। ਸਾਡਾ ਦੋਸਤ ਹੋਣ ਦੇ ਬਾਵਜੂਦ ਤੁਸੀਂ ਉਹਦੇ ਨਾਲ ਦੁਸ਼ਮਣੀ ਕਿਉਂ ਕਮਾ ਰਹੇ ਹੋ? ਅਜੇ ਹੀ ਆਪਾਂ ਆਪਣੇ ਘਰਾਂ ਦੇ ਵਿੱਚ ਦੇਖ ਲਓ ਵੀ ਦੁਸ਼ਮਣੀ ਤੇ ਨਹੀਂ ਕਮਾ ਕੇ ਬੈਠੇ ਕਿਤੇ ਆਪਾਂ ਫਾਇਰ ਅਲਾਰਮ ਦੇ ਨਾਲ। ਓਕੇ, ਹੁਣ ਤੱਕ ਦੁਸ਼ਮਣੀ ਕਮਾ ਲਈ, ਅੱਜ ਤੋਂ ਦੋਸਤੀ ਕਮਾਈਏ। ਲਾ ਦਿਓ ਅਖਬਾਰਾਂ, ਲਾ ਦਿਓ ਤੋਂ ਕੱਪੜੇ, ਪਾ ਲਓ ਨਵੀਂ ਬੈਟਰੀ ਜੇ ਚੇਂਜ ਕਰਨ ਵਾਲੀ ਹੈ, ਤੇ ਪਕੌੜੇ ਜੋ ਵੀ ਤੁਸੀਂ ਤਲਣਾ ਆ ਉਹਦੇ ਕੋਈ ਬਦਲਵੇਂ ਹੱਲ ਲੱਭ ਲਓ ਤੇ ਨਾ ਡਰੋ ਵੀ ਭਾਫ ਤੇ ਧੂਏ ਦੇ ਨਾਲ ਅਲਾਰਮ ਚੱਲ ਪਊਗਾ ਤੇ ਇਹਨੂੰ ਛੱਡੋ ਖੜਾ, ਇਹਨੂੰ ਲਾ ਕੇ ਪਾਸੇ ਰੱਖ ਦਈਏ। ਸੋ ਦੁਸ਼ਮਣੀ ਨਹੀਂ ਕਮਾਉਣੀ ਫਾਇਰ ਅਲਾਰਮ ਦੇ ਨਾਲ, ਦੋਸਤੀ ਕਮਾਉਣੀ ਹੈ। 4168953784 ਜੌਲ ਸਾਹਿਬ ਦਾ ਨੰਬਰ ਹੈ ਜੀ। 4168953784 ਇਸ ਨੰਬਰ ਨੂੰ ਡਾਇਲ ਕਰਕੇ WhatsApp ਦੇ ਵਿੱਚ ਹਾਈ ਹੈਲੋ ਭੇਜ ਕੇ ਆਪਣਾ ਨਾਮ ਜ਼ਰੂਰ ਭੇਜ ਦੇਣਾ ਤੇ ਰੋਜ਼ ਨਿਊਜ਼ ਵਿਊਜ਼ ਗੱਲਾਂ ਬਾਤਾਂ ਤੇ ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਜੌਲ ਸਾਹਿਬ ਦੇ ਨਾਲ ਕਰ ਸਕਦੇ ਹੋ। ਜੌਲ ਸਾਹਿਬ, ਹੈਵ ਅ ਵੰਡਰਫੁਲ ਵੀਕਐਂਡ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਜਸ। ਥੈਂਕ ਯੂ ਸੋ ਮਚ। ਆਲਰਾਈਟ, ਇਹ ਸਾਂਸੀ ਸਤਪਾਲ ਸਿੰਘ ਜੌਹਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।